पर एक सरकार ਦੀਆਂ ਜਿਹੜੀਆਂ ਘਟੀਆ ਹਰਕਤਾਂ ਨੇਗੀਆਂ ਜਿਹੜੀਆਂ ਉਹਨਾਂ ਨੂੰ ਮਤਲਬ ਖੱਜਲ ਖੁਆਰ ਕੀਤਾ ਜਾ ਰਿਹਾ ਹੈਗਾ, ਸੜਕਾਂ ਤੇ ਰੋਕਿਆ ਜਾ ਰਿਹਾ ਹੈਗਾ। ਪਰ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਜਿਹੜੀਆਂ ਆਪਣੀਆਂ ਘਟੀਆ ਜਿਹੜੀਆਂ ਹਰਕਤਾਂ ਨੇਗੀਆਂ ਜਾਂ ਨਾਕਾਮੀਆਂ ਨੇ ਉਹਨਾਂ ਨੂੰ ਮਤਲਬ ਸਾਹਮਣੇ ਦਿਖਾ ਰਹੀ ਹੈਗੀ। ਔਰ ਇਹਨਾਂ ਖਰਾਬ ਹਾਲਾਤਾਂ ਦੀ ਜਿਹੜੀ ਵਜ੍ਹਾ ਹੈਗੀ ਉਹ ਸਾਡੀ ਜਿਹੜੀ ਅੱਜ ਤੱਕ ਰਾਜਨੀਤੀ ਬਣਾਈ, ਅਸੀਂ ਉਸ ਰਾਜਨੀਤੀ ਦੀ ਦੇਣ ਹੈ। ਉਹ ਰਾਜਨੀਤੀ ਹਮੇਸ਼ਾ ਟਕਰਾਅ ਦੀ ਰਹੀ ਹੈ, ਧਰਮ ਆਧਾਰਿਤ ਰਹੀ ਹੈ ਕਿ ਅੱਜ ਅਮਨ ਤੇ ਸ਼ਾਂਤੀ ਦੀ ਰਾਜਨੀਤੀ ਚਾਹੀਦੀ ਹੈ। खबर लेने गिदड़बाहा तो तख्त श्री दमदमा साहिब तलवंडी साबो के साबका जथेदार ज्ञानी केवल सिंह की अगवाई विच पंजाब दी मंगां नूं लैके 1 नवंबर तो श्री अमृतसर साहिब तो शुरू किया गया पिंड बचाओ पंजाब बचाओ काफला सूबे के ਵੱਖ-ਵੱਖ ਪਿੰਡਾਂ ਕਸਬਿਆਂ ਤੋਂ ਹੁੰਦਾ ਹੋਇਆ ਬੀਤੀ ਦੇਰ ਸ਼ਾਮ ਗਿੱਦੜਬਾਹਾ ਵਿਖੇ ਪੁੱਜਾ, ਜਿੱਥੋਂ ਇਹ ਕਾਫਲਾ ਆਪਣੇ ਅਗਲੇ ਪੜਾਅ ਲਈ ਪਿੰਡ ਕੁਰਾਲੀਵਾਲਾ ਲਈ ਰਵਾਨਾ ਹੋਇਆ। ਉਕਤ ਕਾਫਲੇ ਦਾ ਗਿੱਦੜਬਾਹਾ ਦੀ ਸਮੂਹ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗਿਆਨੀ ਕੇਵਲ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਿਤ ਕਰਦਿਆਂ ਸੂਬਿਆਂ ਨੂੰ ਵੱਧ ਅਧਿਕਾਰ ਅਤੇ ਖੁਦ ਮੁਖਤਿਆਰੀ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਹਨਾਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਅਤੇ ਹਵਾ ਪ੍ਰਦੂਸ਼ਣ ਨੂੰ ਰੋਕਣ ਦੀ ਆੜ ਹੇਠ ਲਿਆਂਦੇ ਆਰਡੀਨੈਂਸ ਨੂੰ ਪੰਜਾਬ ਦੀ ਖੇਤੀ, ਵਪਾਰ ਆਦਿ ਲਈ ਘਾਤਕ ਦੱਸਿਆ ਅਤੇ ਕਿਸਾਨ ਸੰਘਰਸ਼ ਨਾਲ ਇਕਮਿਕ ਹੋਣ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਗ੍ਰਾਮ ਸੰਭਾਵਾਂ ਅਤੇ ਵਾਰਡ ਸੰਭਾਵਾਂ ਨੂੰ ਸੰਵਿਧਾਨਿਕ ਸੰਸਥਾਵਾਂ ਦੱਸਿਆ ਅਤੇ ਕਿਹਾ ਕਿ ਇਹਨਾਂ ਸੰਸਥਾਵਾਂ ਵੱਲੋਂ ਕੀਤੇ ਫੈਸਲਿਆਂ ਨੂੰ ਹਕੀਕੀ ਬਣਾਉਣਾ ਚਾਹੀਦਾ ਹੈ। ਇਸ ਮੌਕੇ ਤੇ ਦੇਸ਼ ਨਾਲ ਲੱਗਦੀਆਂ ਸਰਹੱਦਾਂ ਖੋਲਣ ਅਤੇ ਨਾਲ ਹੀ ਰੋਜ਼ਗਾਰ, ਸਿੱਖਿਆ, ਸਿਹਤ, ਆਵਾਸ, ਨਰੋਏ ਸੱਭਿਆਚਾਰ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਬਣਾਉਣ ਲਈ ਜ਼ੋਰ ਦਿੱਤਾ ਜਾਵੇਗਾ। ਇਸ ਸੰਬੰਧ 'ਚ ਹੋਰ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਦੇਖੋ, ਇਹ ਜਿਹੜੇ ਕਿਸਾਨ ਅੰਦੋਲਨ ਚੱਲ ਰਹੇ ਨੇਗੇ, ਜਿਹੜੇ ਸੈਂਟਰ ਗਵਰਨਮੈਂਟ ਇੱਕ ਆਰਡੀਨੈਂਸ ਲੈ ਕੇ ਆਈ ਹੈਗੀ, ਕਾਲੇ ਕਾਨੂੰਨ ਲੈ ਕੇ ਆਈ ਹੈ, ਇਹਦੇ ਵਿਰੋਧ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਹੇ ਆ। ਪਰ ਇੱਕ ਸਰਕਾਰ ਦੀਆਂ ਜਿਹੜੀਆਂ ਘਟੀਆ ਹਰਕਤਾਂ ਨੇਗੀਆਂ ਜਿਹੜੀਆਂ ਉਹਨਾਂ ਨੂੰ ਮਤਲਬ ਖੱਜਲ ਖੁਆਰ ਕੀਤਾ ਜਾ ਰਿਹਾ ਹੈਗਾ, ਸੜਕਾਂ ਤੇ ਰੋਕਿਆ ਜਾ ਰਿਹਾ ਹੈਗਾ। ਪਰ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਜਿਹੜੀਆਂ ਆਪਣੀਆਂ ਘਟੀਆ ਜਿਹੜੀਆਂ ਹਰਕਤਾਂ ਨੇਗੀਆਂ ਜਾਂ ਨਾਕਾਮੀਆਂ ਨੇ ਉਹਨਾਂ ਨੂੰ ਮਤਲਬ ਸਾਹਮਣੇ ਦਿਖਾ ਰਹੀ ਹੈਗੀ, ਵੀ ਉਹਨਾਂ ਨੂੰ ਰਾਹ ਦੇ ਵਿੱਚ ਰੋਕ ਰਹੀ ਹੈ। ਤੁਹਾਡੀ ਸੰਸਥਾ ਵੀ ਇੱਕ ਜਿਹੜੀ ਹੈਗੀ ਕੇਂਦਰ ਦੇ ਵਿਰੁੱਧ ਹੀ ਇੱਕ ਤਰ੍ਹਾਂ ਨਾਲ ਚੱਲ ਰਹੀ ਹੈ ਕਿ ਤੁਹਾਨੂੰ ਵੀ ਰੋਕਿਆ ਗਿਆ ਕਿਤੇ? ਨਹੀਂ, ਇਹੋ ਜਿਹਾ ਕੁਝ ਨਹੀਂ ਹੋਇਆਗਾ, ਕਿਉਂਕਿ ਇਹ ਜਥਾ 1 ਨਵੰਬਰ ਤੋਂ ਸ਼ੁਰੂ ਹੋਇਆ ਸੀਗਾ ਤੇ ਇਹ ਜਿਹੜੇ ਫੈਡਰਲਿਜ਼ਮ ਦਾ ਇਸ਼ੂ ਆ ਗਿਆ ਤੇ ਕਿਸਾਨ ਵਿਰੋਧੀ ਹੈ, ਮਜ਼ਦੂਰ ਵਿਰੋਧੀ ਨੇਗੇ, ਜਾਂ ਸਿਹਤ, ਸਿੱਖਿਆ ਜਾਂ ਹੋਰ ਕਾਫੀ ਜਿਹੜੀਆਂ ਸਮੱਸਿਆਵਾਂ ਨੇ, ਖੁਦਕੁਸ਼ੀਆਂ ਦਾ ਹੋ ਗਿਆ, ਨਸ਼ਿਆਂ ਦਾ ਹੋ ਗਿਆ, ਬੇਰੁਜ਼ਗਾਰੀ ਦਾ, ਇਹਨਾਂ ਨੂੰ ਲੈ ਕੇ ਜਥਾ ਚੱਲਿਆ ਸੀਗਾ ਤੇ 31 ਜਨਵਰੀ ਤੱਕ ਪੂਰੇ ਪੰਜਾਬ ਦੇ ਵਿੱਚ ਜਾਏਗਾ। ਹਾਲੇ ਤੱਕ ਕੋਈ ਐਵੇਂ ਦੀ ਸਮੱਸਿਆ ਤਾਂ ਨਹੀਂ ਆਈ, ਕਿਉਂਕਿ ਅਸੀਂ ਲੋਕਾਂ ਦੇ ਵਿੱਚ ਜਾ ਕੇ ਸਿਰਫ ਸੰਵਾਦ ਦੀ ਗੱਲ ਕਰ ਰਹੇ ਹਾਂ, ਉਹਨਾਂ ਦੇ ਵਿੱਚ ਵਿਚਾਰ ਚਰਚਾ ਕਰ ਰਹੇ ਹਾਂ ਤੇ ਉਹਨਾਂ ਨੂੰ ਜਾਗਰੂਕ ਕਰ ਰਹੇ ਹਾਂ। ਅਸੀਂ ਕੋਈ ਇਸ ਤਰੀਕੇ ਨਾਲ ਕੋਈ ਪ੍ਰੋਟੈਸਟ ਜਾਂ ਮੁਜ਼ਾਹਰੇ ਨਹੀਂ ਕਰ ਰਹੇ ਹੈਗੇ ਵੀ ਸਾਨੂੰ ਇਸ ਤਰੀਕੇ ਦੀ ਸਮੱਸਿਆ। ਐਲ ਸਿੰਘ ਜਖੇਪਲ, ਪਿੰਡ ਬਚਾਓ ਪੰਜਾਬ ਬਚਾਓ ਦੇ ਆਗੂ। ਕਿੱਦਾਂ ਜਿਹੜਾ ਆਏ ਹੋ ਅੱਜ, ਤੁਸੀਂ ਕੀ ਕਰ ਰਹੇ ਹੋ? ਅੱਜ ਇਹ ਪੰਜਾਬ ਬਚਾਓ ਕਾਫਲਾ ਤੁਹਾਡੇ ਸ਼ਹਿਰ ਗਿੱਦੜਬਾਹਾ ਦੇ ਵਿੱਚ ਪਹੁੰਚਿਆ ਔਰ ਸਾਡਾ ਇਹ ਜਥਾ 1 ਨਵੰਬਰ ਤੋਂ ਚੱਲਿਆ, ਜਿਹੜਾ 31 ਜਨਵਰੀ ਤੱਕ 92 ਦਿਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਪਿੰਡਾਂ ਦੇ ਵਿੱਚ ਜਾਣਾ ਹੈ ਤੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ 4 ਦਿਨ ਲਾਉਣੇ ਨੇ। ਸਾਡਾ ਇਹਦੇ ਪਿੱਛੇ ਮਕਸਦ ਇਹ ਹੈ ਕਿ ਅੱਜ ਦੇਸ਼ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਬਹੁਤ ਜ਼ਿਆਦਾ ਨੇ ਤੇ ਅੱਜ ਸਾਡੇ ਦੇਸ਼ ਦੇ ਹਾਲਾਤ ਖਰਾਬ ਨੇ ਔਰ ਇਹਨਾਂ ਖਰਾਬ ਹਾਲਾਤਾਂ ਦੀ ਜਿਹੜੀ ਵਜ੍ਹਾ ਹੈਗੀ ਉਹ ਸਾਡੀ ਜਿਹੜੀ ਅੱਜ ਤੱਕ ਰਾਜਨੀਤੀ ਬਣਾਈ, ਅਸੀਂ ਉਸ ਰਾਜਨੀਤੀ ਦੀ ਦੇਣ ਹੈ। ਇਸ ਕਰਕੇ ਉਹ ਰਾਜਨੀਤੀ ਹਮੇਸ਼ਾ ਟਕਰਾਅ ਦੀ ਰਹੀ ਹੈ, ਧਰਮ ਆਧਾਰਿਤ ਰਹੀ ਹੈ ਤੇ ਬਹੁ ਗਿਣਤੀ ਫਿਰਕੇ ਨੂੰ ਦੇ ਜਜ਼ਬਾਤ ਜਿੱਤ ਕੇ ਇੱਥੇ ਕੁਰਸੀ ਪੱਕੀ ਕਰਨ ਦੀ ਜਿਹੜੀ ਰਾਜਨੀਤੀ ਰਹੀ ਹੈ, ਅਸੀਂ ਉਸ ਦੇ ਪੈਰਲਲ ਅਸੀਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਕਿ ਅੱਜ ਅਮਨ ਤੇ ਸ਼ਾਂਤੀ ਦੀ ਰਾਜਨੀਤੀ ਚਾਹੀਦੀ ਹੈ। ਇਸ ਕਿਸਮ ਦੀ ਰਾਜਨੀਤੀ ਚਾਹੀਦੀ ਹੈ ਕਿ ਸਾਰੇ ਵਰਗਾਂ ਦਾ, ਸਾਰੇ ਧਰਮਾਂ ਦਾ ਸਨਮਾਨ ਕਰਨ ਵਾਲੀ ਤੇ ਹਰ ਸੂਬੇ ਨੂੰ ਉਹਦੇ ਰਾਈਟ ਦੇਣ ਦਾ ਇਹ ਸਵਾਲ ਅੱਜ ਵੱਡਾ ਸਾਡੇ ਸਾਹਮਣੇ। ਇਸ ਲਈ ਅਸੀਂ ਦੇਸ਼ ਦੇ ਵਿੱਚ ਇਸ ਗੱਲ ਲਈ ਇੱਕ ਅੰਦੋਲਨ ਪੈਦਾ ਕਰ ਰਹੇ ਹਾਂ, ਆਵਾਜ਼ ਪੈਦਾ ਕਰ ਰਹੇ ਹਾਂ ਕਿ ਉਹ ਦੇਸ਼ ਦਾ ਸੰਘੀ ਢਾਂਚਾ ਸਹੀ ਅਰਥਾਂ ਵਿੱਚ ਜਮਹੂਰੀ ਤੇ ਸੰਘੀ ਢਾਂਚਾ ਬਣ ਸਕੇ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ
ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।